ਕਹਿ ਰਹੇ ਹੋ ਬਾਬਾ ਜੀ, ਬਾਬਾ ਅਮਰਦਾਸ ਜੀ ਬਚਪਨ ਤੋਂ ਹੀ ਜਿਹੜੇ ਨਿਸ਼ਿਧ ਕਰਮ, ਮੰਦਰਾ, ਮਾਂ, ਚੋਰੀ, ਜਾਰੀ, ਠੱਗੀ, ਦੁਰਾਚਾਰ, ਨਿੰਦਿਆ, ਝੂਠ ਸਾਰਿਆਂ ਦੇ ਪਰੇ ਸਨ। ਸਾਲ ਵੀ 2 ਦਫਾ ਗੰਗਾ ਜੀ ਦੀ ਯਾਤਰਾ, ਉੱਥੇ ਜਾ ਕੇ ਸੇਵਾ ਆਦਿ ਕਰਨੀ, ਸਭ ਕੁਛ ਕਰਨਾ। ਇਸ ਤੋਂ ਇਲਾਵਾ ਆਪਣੇ ਆਪ ਹੀ ਖੋੜਸ ਮੰਤਰ ਦੀ ਪੱਕੀ ਮਾਲਾ, ਖੋੜਸ ਮੰਤਰ ਵਾ ਜਿਹੜਾ ਧਰੂ ਨੇ ਜਪਿਆ ਸੀ। ਜੇ ਗੁਰੂ ਸ਼ਰਨ ਨਹੀਂ ਸੀ ਪ੍ਰਾਪਤ, ਆਪਣੇ ਆਪ ਵੀ ਬਹੁਤ ਸਾਰੇ ਸੁਣ ਸੁਣਾ ਕੇ ਲੱਗ ਜਾਂਦੇ ਹੈ। ਤਾਂ ਇਉਂ ਆਪ ਜੀ ਪੱਕੀ ਮਾਲਾ 160 ਕੱਚੀਆਂ ਮਾਲਾ ਦੀ ਇੱਕ ਪੱਕੀ ਮਾਲਾ ਕਹਿਲਾਉਂਦੀ ਹੈ, ਇਹ ਰੋਜ਼ਾਨਾ ਕਰਦੇ ਹੁੰਦੇ ਸਨ। ਇਹੋ ਜਿਹਾ ਉਹਨਾਂ ਦਾ ਸੁਭਾਅ। ਇਉਂ ਉਹਨਾਂ ਦੀ ਉਮਰ ਤਕਰੀਬਨ 60 ਸਾਲ ਦੀ ਹੋ ਗਈ ਸੀ। ਬਚਪਨ ਲੰਘ ਗਈ, ਜਵਾਨੀ ਵੀ ਲੰਘ ਗਈ, ਬੁਢਾਪਾ। 10 ਬਾਲ ਤਨਵੀ ਸਰਵਣ की शंका सुंदर कहावै, 40 85 पक्ष से सच्ची के बड़े पावै, 17 का मतहीन 80 का व्यवहार न पावै, 90 का से जासनी मूला जन अपोल टंडोलम डिठ में नानक जग तू है का तौला। तू दी नहीं है देखण ਨੂੰ ਦੀਂਦਾ, ਹਵਾਈ ਉੱਡ ਜਾਂਦਾ। ਇਸੇ ਤਰ੍ਹਾਂ ਸਰੀਰ ਦੀਂਦੇ ਹਨ, ਜਦੋਂ ਮੌਤ ਰੂਪੀ ਹਵਾਈ ਪਤਾ ਨਹੀਂ ਕਿੱਧਰ ਨੂੰ ਸ਼ਾਇਨੀ ਹੋ ਜਾਂਦੇ, ਦੇਖਦੇ ਨਹੀਂ ਕਿੰਨੇ ਉੱਡ ਕੇ ਕੋਈ ਦੀਂਦਾ। ਉਹਨਾਂ ਦੇ ਅਕਸਮਾਤ ਹੀ ਰਹਿ ਗਏ, ਗੱਲਾਂ ਹੀ ਰਹਿ ਗਈਆਂ। ਸੋ ਸੰਸਾਰ ਦੀ ਇਹ ਜੀ ਦਿਸ਼ਾ ਹੈ, ਸੰਸਾਰ ਧੂਏ ਦਾ ਪਹਾੜ ਹੈ, ਸੱਤ ਨਹੀਂ ਹੈ। ਸੋ ਆਪ ਜੀ ਦੀ ਉਮਰ ਤਕਰੀਬਨ 60 ਸਾਲ ਦੀ ਹੋ ਗਈ। ਹਰ ਸਾਲ ਇਸੇ ਤਰ੍ਹਾਂ। ਅੱਜ ਕੱਲ੍ਹ ਵਾਂਗੂ ਨਹੀਂ, ਉਹਨਾਂ ਸਮਿਆਂ ਦੇ ਵਿੱਚ ਤੀਰਥ ਯਾਤਰਾ ਕਰਨੀ ਬੜੀ ਔਖੀ ਸੀ, ਕਿਉਂਕਿ ਜੰਗਲਾਤ ਬਹੁਤ ਸਨ। ਜੰਗਲਾਂ ਵਿੱਚ ਬੜੇ ਦਰਿੰਦੇ ਰਹਿੰਦੇ ਸਨ। ਲੋਕ ਇਕੱਠੇ ਹੋ ਕੇ ਜਾਂਦੇ ਹੁੰਦੇ, ਨਾਲ ਪੰਜੀਰੀਆਂ ਬਣਾ ਕੇ ਲੈ ਜਾਂਦੇ। ਕਿੰਨਾ ਚਿਰ ਲੱਗਿਆ ਕਰਦਾ ਸੀ, ਰਿਸ਼ਤੇਦਾਰਾਂ ਸੰਬੰਧੀਆਂ ਨੂੰ ਮਿਲ ਕੇ ਜਾਂਦੇ, ਕੀ ਪਤਾ ਮੁੜਨਾ ਹੈ ਕਿ ਨਾ ਮੁੜਨਾ। ਇਉਂ ਉਹਨਾਂ ਸਮਿਆਂ ਦੇ ਵਿੱਚ ਤੀਰਥ ਯਾਤਰਾ ਕਰਨੀ ਅੱਜ ਸਮੇਂ ਨਾਲ ਬਹੁਤ ਜ਼ਿਆਦਾ ਔਖੀ ਸੀ। ਅੱਜ ਕਿੰਨੇ ਆਸਾਨ ਸਾਧਨ ਬਣ ਗਏ, ਸੜਕਾਂ ਅੱਛੀਆਂ ਹੋ ਗਈਆਂ, ਰੇਲਾਂ ਹੋ ਗਈਆਂ, ਮੋਟਰਾਂ ਹੋ ਗਈਆਂ, ਦੂਰ ਜਾਣ ਹਵਾਈ ਜਹਾਜ਼ ਹੋ ਗਏ, ਪੈਸੇ ਦੀ ਲੋੜ ਹੈ। ਇਸ ਤਰੀਕੇ ਸਿਰ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੇ ਸਾਧਨ ਹੈ ਨਹੀਂ ਸਨ। ਇਉਂ ਇਹ ਕੁਛ ਹੋਣ ਦੇ ਬਾਵਜੂਦ ਆਪ ਜੀ 2 ਦਫਾ ਗੰਗਾ ਜੀ ਦੀ ਯਾਤਰਾ ਇਸ਼ਨਾਨ ਆਦਿ ਕਰਿਆ ਕਰਦੇ ਸਨ, ਪੂਰੀ ਵਿਧੀ ਅਨੁਸਾਰ। ਸੋ ਇਸੇ ਤਰ੍ਹਾਂ ਆਖਰੀ ਯਾਤਰਾ ਦੇ ਵਿੱਚ ਉਹਨਾਂ ਨੂੰ ਕੋਈ ਇੱਕ ਕਰਮਕਾਂਡੀ ਪੰਡਤ, ਜੋ ਕਿ ਨਗੂਰੇ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ, ਇਹੋ ਜਿਹੇ ਦਾ ਮਿਲਾਪ ਹੋ ਕੇ ਇਕੱਠੇ ਰਹੇ ਬਹੁਤ ਦੇਰ ਤੱਕ। ਆਪ ਜੀ ਦੇ ਚੰਗੇ ਗੁਣ, ਚੰਗੇ ਸੁਭਾਅ, ਸਾਰੀਆਂ ਗੱਲਾਂ ਬਾਤਾਂ ਦੇਖ ਕੇ ਆਪ ਤੋਂ ਪੰਜੀਰੀ ਲੈ ਕੇ ਵੀ ਖਾਂਦਾ ਰਿਹਾ। ਆਪ ਜੀ ਦੇ ਚਰਨ ਵਿੱਚ ਪਦਮ ਰੇਖਾ ਦੇਖ ਕੇ ਵੀ ਉਹ ਬੜਾ ਖੁਸ਼ ਹੋਇਆ। ਥੋੜ੍ਹਾ ਜਿਹਾ ਪਰਮਿਸਟ ਵੀ ਸੀ, ਰੇਖਾ ਵਗੈਰਾ ਦਾ ਵੀ ਜਾਣੂ ਸੀ। ਆਪ ਦੇ ਚਰਨ ਵਿੱਚ ਪਦਮ ਰੇਖਾ, ਜੋ ਬਾਦਸ਼ਾਹਾਂ ਦੇ ਜਾਂ ਅਵਤਾਰਾਂ ਦੇ ਹੋਇਆ ਕਰਦੇ, ਹਰ ਕਿਤੇ ਨਹੀਂ ਹੁੰਦੀ, ਉਹ ਦੇਖ ਕੇ ਵੀ ਖੁਸ਼। ਇਤਿਹਾਦ ਇੱਕ ਦਿਨ ਉਸਨੇ ਗੱਲਬਾਤ ਵਾਪਸ ਆ ਗਏ, ਤੀਰਥ ਯਾਤਰਾ ਕਰਕੇ ਆਪ ਜੀ ਦੇ ਪਿੰਡ ਆ ਗਏ। ਰਹਿੰਦੇ ਸਹਿੰਦੇ ਰਹੇ। ਰਾਤ ਦਾ ਵਕਤ ਹੈ, ਬਾਹਰ ਬੈਠੇ ਨੇ, ਤਾਂ ਗੱਲਾਂ ਬਾਤਾਂ ਚੱਲੀਆਂ। ਹੋਰ ਰੋਗੀ ਗੱਲਾਂ, ਕਿਵੇਂ ਹੈ, ਆਪ ਨੂੰ ਕਿਵੇਂ ਇਜਾਜ਼ਤ ਦਿੰਦੇ ਨੇ ਘਰ ਦੇ? ਕਹਿੰਦੇ ਸਾਨੂੰ ਤਾਂ ਕੋਈ ਕਹਿੰਦਾ ਹੀ ਕੋਈ ਨਹੀਂ, ਲੜਕੀ ਹਨ, ਲੜਕੇ ਹਨ, ਅਸੀਂ ਖੁਸ਼ੀ ਨਾਲ ਆਪਣਾ ਇਸ ਪਾਸੇ ਲੱਗੇ ਰਹਿੰਦੇ ਹਾਂ, ਸਾਨੂੰ ਹੋਰ ਕੋਈ ਸੰਕਲਪ ਨਹੀਂ ਹੈ। ਵੱਡੇ ਭਾਗਾਂ ਵਾਲੇ ਉਹ ਕਹਿਣ ਲੱਗਿਆ, ਅਖੀਰ ਪੁੱਛਣ ਲੱਗਿਆ, ਆਪ ਦੇ ਗੁਰੂਦੇਵ ਕੌਣ, ਜਿਨ੍ਹਾਂ ਦੀ ਦੀਖਿਆ ਅਨੁਸਾਰ ਆਪਣਾ ਜਨਮ ਸਫਲਾ ਕਰਦੇ ਹੋ? ਇਹ ਵਚਨ ਸੁਣ ਕੇ ਆਪ ਜੀ ਕਹਿਣਗੇ, ਇਹ ਗੱਲ ਤਾਂ ਨਹੀਂ ਮੈਂ ਜਾਣਦਾ ਗੁਰੂਦੇਵ ਕੀ ਹੁੰਦਾ, ਲੇਕਿਨ ਮੈਂ ਜਨਮ ਤੋਂ ਹੀ ਕੋਈ ਨਿਸ਼ਚਿਤ ਕਰਮ ਨਹੀਂ ਕੀਤਾ। ਸ਼ਰਾਬ, ਮਾਸ, ਚੋਰੀ, ਜਾਰੀ, ਦੁਰਾਚਾਰ, ਹੋਰ ਜੋ ਕੁਛ ਇਹਦਾ ਬੁਰਾ ਨਹੀਂ ਕੀਤਾ। 2 ਦਫਾ ਗੰਗਾ ਜੀ ਦੀ ਯਾਤਰਾ ਕਰਨਾ, ਜਦ ਤੇ ਹੋਰ ਸੰਭਲੀ ਹੈ। ਫਿਰ ਖੋੜਸ ਮੰਤਰ ਦੀ ਭਗਤੀ ਮਾਲਾ ਕਰਦਾ। ਇੰਨਾ ਕੁਛ ਕਰਨ ਦੇ ਬਾਵਜੂਦ ਕੀ ਗੁਰੂ ਦੀ ਫਿਰ ਵੀ ਲੋੜ ਰਹਿ ਗਈ? ਇੰਨੀ ਗੱਲ ਜਦੋਂ ਬਾਬਾ ਜੀ ਨੇ ਕਹੀ, ਹੈਰਾਨ ਹੋ ਗਿਆ। ਉਹ ਬਾਬਾ ਜੀ, ਮੈਂ ਤਾਂ ਸਮਝਦਾ ਸਾਂ ਕਿ ਤੁਸੀਂ ਗੁਰਮੁਖ ਹੋ ਗਏ, ਲੇਕਿਨ ਤੁਸੀਂ ਨਗੁਰੇ। ਮੈਂ ਤਾਂ, ਮੇਰੇ ਤਾਂ ਪ੍ਰਣ ਸੀ ਨਗੁਰੇ ਦੇ ਹੱਥੋਂ, ਮੈਂ ਖਾਂਦਾ ਨਹੀਂ ਸੀ ਹੁੰਦਾ, ਮੈਂ ਤਾਂ ਪੰਜਰੀ ਲੈ ਕੇ ਖਾਂਦਾ ਨਹੀਂ। ਤੁਸੀਂ ਤਾਂ ਮੇਰੇ ਜਪ ਤਪ ਸਾਰੇ ਭ੍ਰਿਸ਼ਟ ਕਰ ਦਿੱਤੇ। ਗੁਰੂ ਬਾਜੇ ਗੁਰੂ ਨੇ ਕੋਈ ਨਗੁਰੇ ਕਹਾ ਨਾ ਬੁਰਾ, ਨਗੁਰੇ ਪੁਰ ਦਾ ਨਾ ਹੀ ਬੁਰਾ ਹੈ। ਨਗੁਰਾਪੁਰ ਜਿੱਥੇ ਪੈਂਦਾ, ਸਵਾ ਗਜ਼ ਧਰਤੀ ਨੂੰ ਸ਼ੁੱਧ ਕਰ ਦਿੰਦਾ ਹੈ। ਸੋ ਉਹ ਵੀ ਸਾਖੀ ਸੁਣਾਈ। ਕਿਸੇ ਮੌਕੇ ਦੇਵਤਿਆਂ ਦੀ ਸਭਾ ਲੱਗਦੀ, ਜਗਨਨਾਥ ਤੀਰਥ ਹੈ, ਜਿਨ੍ਹਾਂ ਵਿੱਚ ਨਾਰਦ ਵੀ ਆਉਂਦਾ, ਬਰਮਾ ਦਾ ਪੁੱਤਰ ਹੈ, ਅਜੀ ਨਗੁਰਾ ਸੀ। ਸੋ ਜਿੱਥੇ ਬਹਿੰਦਾ ਉੱਥੋਂ ਸਵਾ ਗਜ਼ ਮਿੱਟੀ ਪਟਾ ਕੇ ਬਾਹਰ ਫੈਂਕੀ ਜਾਂਦੀ ਹੈ। ਇੱਕ ਦਿਨ ਫਿਰਦਾ ਫਿਰਦਾ ਪੁੱਛਣ ਲੱਗੇ, ਕੀ ਕਰਦੇ ਹੋ? ਮਜ਼ਦੂਰ ਕਹਿਣ ਲੱਗੇ, ਨਾਰਦ ਹੈ ਕੋਈ ਨਗੁਰਾ ਹੈ ਤਾਂ ਬਰਮਾ ਦਾ ਪੁੱਤਰ, ਪਰ ਨਗੁਰਾ ਹੈ ਜੇ। ਜਦ ਵੀ ਸਭਾ ਲੱਗਦੀ, ਜਿੱਥੇ ਬੈਠਾ ਹੁੰਦਾ, ਅਸੀਂ ਸਵਾ ਗਜ਼ ਮਿੱਟੀ ਪੱਟ ਕੇ ਬਾਹਰ ਫੈਂਕਦੇ ਹਨ। ਨਗੁਰੇਪੁਰ ਜਿਹੀ ਜਿਹੀ ਦਿਸ਼ਾ ਹੈ। ਸੋ
ਉਹਨੂੰ ਬੜਾ ਦੁੱਖ ਹੋਇਆ। ਆਪਣੇ ਪਿਤਾ ਬ੍ਰਹਮਾ ਜੀ ਨੂੰ ਜਾ ਕੇ ਕਹਿਣ ਲੱਗੇ, ਇਹ ਕੀ ਗੱਲ, ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਤਿੰਨ ਮੁੱਖ ਦੇਵਤਿਆਂ ਵਿੱਚੋਂ। ਉਹ ਕਹਿੰਦੇ ਕੁਛ ਵੀ ਭਾਵੇਂ ਐਸੀ ਗੱਲ ਨਹੀਂ, ਗੁਰੂ ਦੀ ਤਾਂ ਗਤੀ ਐਸੀ ਨੂੰ ਗੁਰੂ ਦੀ ਬਾਬਤ ਐਵੇਂ ਕੁਝ ਦੱਸਿਆ ਹੋਇਆ। ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ, ਮਨ ਵੀਜੈ ਗੁਰ ਆਪਣਾ ਪਾਈਏ ਸਰਬ ਪਿਆਰ, ਨਾਮ ਪਦਾਰਥ ਪਾਈਏ ਔਗਣ ਮੇਟਣ ਹਾਰ ਪਾਈ ਰੇ, ਗੁਰ ਬਿਨ ਗਿਆਨ ਨ ਹੋਏ। ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਇ, ਗੁਰੂ ਬਿਨਾਂ ਗਿਆਨ ਨਹੀਂ। ਬ੍ਰਹਮਾ ਨੂੰ ਪੁੱਛ ਲਓ, ਨਾਰਦ ਨੂੰ ਪੁੱਛ ਲਓ, ਵੇਦ ਵਿਆਸ ਨੂੰ ਪੁੱਛ ਲਓ, ਯਾਨੀ ਗੁਰੂ ਬਿਨਾਂ ਗਿਆਨ ਨਹੀਂ, ਗਿਆਨ ਬਿਨਾਂ ਮੁਕਤ ਨਹੀਂ। ਐਸਾ ਬਹੁਤ ਸਾਰੇ ਪ੍ਰਮਾਣ ਦੇ ਕੇ ਉਸ ਬ੍ਰਹਮਚਾਰੀ ਕਰਮਕਾਂਡੀ ਨੇ ਬਾਬਾ ਜੀ ਨੂੰ ਅੱਛੀ ਤਰ੍ਹਾਂ ਸਮਝਾਇਆ। ਫਿਰ ਉਹਨਾਂ ਪੁੱਛਿਆ, ਜਿਹੜੇ ਸ੍ਰੇਸ਼ਟਾਚਾਰ ਕਰਦੇ ਨੇ ਲੋਕ, ਗੁਰੇ ਹਨ, ਦਾਨ ਕਰਦੇ ਹਨ, ਪੁੰਨ ਕਰਦੇ ਹਨ, ਭਜਨ ਪਾਠ ਵੀ ਆਪਣੇ ਆਪ ਕੁਛ ਥੋੜ੍ਹਾ ਬਹੁਤ ਕਰਦੇ ਹਨ, ਚੰਗੇ ਕਰਮਾਂ ਦਾ ਇਹਨਾਂ ਦਾ ਫਲ ਸੁਖ ਦੱਸਿਆ। ਫਿਰ ਜੇ ਮੁਕਤ ਨਾ ਹੋਈ, ਇਹ ਕਰਮ ਕਿੱਧਰ ਜਾਣਗੇ? ਉਹਦੀ ਬਾਬ ਦੱਸਿਆ, ਗੁਰਮੰਤਰੀ ਨਿਸ ਜੋ ਪ੍ਰਾਣੀ ਤਿਰਗੰਤ ਜਨ ਕ੍ਰਿਸ਼ਟਣੇ, ਸ਼ੁਕਰੈ ਸ਼ੁਕਰੈ ਕਰਦਾ ਸਰਪਨੇ ਕਾਕਾ ਸੁਰਖ ਲੈ। ਗੁਰਾ ਪੁਰਸ਼ ਜਿਹੜਾ ਹੈ, ਗੁਰਮੰਤਰ ਤੋਂ ਹੀ ਨਾ ਜਿਹੜਾ ਪ੍ਰਾਣੀ ਉਹਦਾ ਜਨਮ ਕੇ ਖਾਰ ਜਾਊਗਾ, ਉਹਨੂੰ ਕਾਵਾਂ ਕੁੱਤਿਆਂ ਖੋਤਿਆਂ ਕਦੇ ਆਦਿ ਦੀਆਂ ਜੋਨੀਆਂ ਮਿਲਣਗੀਆਂ, ਮਾਨੁਖਤਾ ਨਹੀਂ ਮਿਲੇਗਾ। ਜਿਹੜੇ ਪੁੰਨ ਆਦਿ ਕਰਦਾ ਹੈ ਨਗੁਰਾ ਰਹਿ ਕੇ, ਪੁੰਨ ਦਾ ਫਲ ਸੁਖ ਜ਼ਰੂਰ ਹੈ। ਇਹ ਪਰਮੇਸ਼ਰ ਦੀ ਮਰਿਆਦਾ, ਈਸ਼ਵਰੀ ਮਰਿਆਦਾ ਜਦ ਤੋਂ ਸ੍ਰਿਸ਼ਟੀ ਰਚੀ ਰਹੇ, ਜਦ ਤੱਕ ਰਹੇਗੀ ਉਹਦੀ ਮਰਿਆਦਾ ਕੰਮ ਕਰਦੀ ਰਹੇਗੀ। ਨਗੁਰਾ ਰਹਿ ਕੇ ਜੋ ਪੁੰਨ ਕਰਮ ਕਰਦਾ, ਹੋਰ ਜੋਨੀਆਂ ਵਿੱਚ ਉਹਦਾ ਫਲ ਸੁਖ ਭੁਗਤ ਲੂਗਾ, ਇੱਕ ਮਾਨੁਖ ਦੇ ਨਹੀਂ ਮਿਲੇਗੀ, ਮੁਕਤ ਤੱਕ ਤੇਰੇ ਦਰਕਨਾਰ ਰਹੇਗੀ। ਸੋ ਇਸ ਵਾਸਤੇ ਹੋਰ ਬਹੁਤ ਸਾਰੇ ਪ੍ਰਮਾਣ ਦੇ ਕੇ ਉਸਨੇ ਬਾਬਾ ਅਮਰਦਾਸ ਜੀ ਨੂੰ ਅੱਛੀ ਤਰ੍ਹਾਂ ਇਹ ਗੱਲ ਜ਼ਹਿਨ ਨਸ਼ੀਨ ਕਰਵਾ ਦਿੱਤੀ, ਉਹਨਾਂ ਦੇ ਦਿਮਾਗ ਵਿੱਚ ਬਿਠਾ ਦਿੱਤੀ, ਇਹਨੂੰ ਗੁਰੇ ਪੁਰਸ਼ ਦੀ ਗਤੀ ਨਹੀਂ ਹੈ, ਭਾਵੇਂ ਕਿਤਨਾ ਵੀ ਸ੍ਰੇਸ਼ਟਾਚਾਰ ਹੈ। ਉਸ ਦਿਨ ਤੋਂ ਆਪ ਜੀ ਨੂੰ ਜ਼ਬਰਦਸਤ ਲੱਗਣ ਲੱਗੀ। ਉਹ ਤਾਂ ਕੋਈ ਥੋੜ੍ਹਾ ਜਿਹਾ ਘਬਰਾ ਕੇ ਜਲਾ ਕੇ ਵੀ ਮੈਂ ਤਾਂ ਨਗੁਰੇ ਦੇ ਹੱਥੋਂ ਕਦੇ ਕੁਛ ਖਾਧਾ ਨਹੀਂ ਸੀ, ਮੇਰਾ ਪ੍ਰਣ ਸੀ, ਨਗੁਰੇ ਦੇ ਹੱਥੋਂ ਖਾਂਦਾ ਨਹੀਂ ਸੀ। ਸਾਧ ਸੰਗ ਜਦੋਂ ਪ੍ਰਣ ਭੰਗ ਹੁੰਦਾ ਹੈ, ਆਦਿ ਬੜਾ ਘਬਰਾਹਟ ਹੁੰਦੀ ਹੈ, ਬੜਾ ਖੇਦ ਹੋਇਆ ਕਰਦਾ ਹੈ। ਖੈਰ ਖਿਆਲ ਕਰੋ, ਬਾਬਾ ਅਮਰਦਾਸ ਜੀ ਨਾਲ ਉਸ ਨੇ ਗੱਲਬਾਤ ਕੀਤੀ। ਉਹ ਨਗੁਰੇ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ, ਪਰ ਗਲਤੀ ਨਾਲ ਆਪ ਜੀ ਤੋਂ ਪੰਜੀਰੀ ਵਗੈਰਾ ਲੈ ਕੇ ਖਾਂਦਾ ਰਿਹਾ ਹੈ। ਅੱਜ ਪਤਾ ਲੱਗਿਆ ਵੀ ਆਪ ਤਾਂ ਨਗੁਰੇ ਹਨ। ਬੜਾ ਘਬਰਾਇਆ, ਚਿੱਤ ਨੂੰ ਖੋਭ ਹੋਇਆ। ਉਸੀ ਵਕਤ ਕੁਝ ਘਬਰਾਹਟ ਵਿੱਚ ਝੁੰਝਲਾਇਆ ਚਿਹਰਾ ਆਪ ਤੋਂ ਅਲੱਗਾ ਹੋ ਜਾਂਦਾ ਹੈ। ਉਸ ਦਾ ਗਹਿਰਾ ਅਸਰ ਆਪ ਜੀ ਦੇ ਨਰਮ ਦਿਲ ਤੇ ਹੋਇਆ। ਉਸ ਦਿਨ ਤੋਂ ਜ਼ਬਰਦਸਤ ਲਗਨ ਗੁਰੂ ਮਿਲਾਪ ਦੀ ਆਪ ਜੀ ਨੂੰ ਲੱਗੀ। ਦਿਨ ਰਾਤ ਇਸੀ ਲਗਨ ਵਿੱਚ ਬੀਤਦੀ ਹੈ। ਸੋ ਉਹ ਤਾਂ ਚਲਾ ਗਿਆ। ਆਪ ਜੀ ਨੂੰ ਦਿਨ ਰਾਤ ਇਹੀ ਖਿਆਲ ਰਹਿੰਦਾ ਹੈ, ਉਮਰ ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪੇ ਨੇ ਮੂੰਹ ਪਾਇਆ ਹੈ, 60 ਸਾਲ ਦੀ ਆਯੂ ਹੋ ਗਈ ਹੈ ਤੇ ਪਤਾ ਨਹੀਂ ਕੁਛ ਦਿਨ ਬਾਕੀ ਹੈ ਕਿ ਨਾ ਹਨ। ਅਗਰ ਨਿਗੁਰੇ ਪੁਰਸ਼ ਦੇ ਸਰੀਰ ਦਾ ਅੰਤ ਹੋ ਗਿਆ, ਉਸਨੂੰ ਫਿਰ ਜਨਮ ਮੁਕਤ ਉਹਦੀ ਕਿੱਥੇ ਹੋਣੀ ਹੈ, ਬਲਕਿ ਮਾਨੁਖ ਦੇ ਵੀ ਨਹੀਂ ਮਿਲਦੀ। ਇਤਿਹਾਸ ਸੋਚ ਸੋਚ ਕੇ ਬੜਾ ਚਿੱਤ ਨੂੰ ਘਬਰਾਹਟ ਪੈਦਾ ਹੋਇਆ ਕਰੇ। ਮੈਨੂੰ ਨਹੀਂ ਪਤਾ ਗੁਰੂ ਨੂੰ ਕਿੱਥੋਂ ਢੂੰਢਾਂ, ਕਿਹੋ ਜਿਹਾ ਗੁਰੂ ਹੁੰਦਾ ਹੈ, ਕੀ ਲੱਛਣ ਹੁੰਦੇ ਨੇ, ਕੁਛ ਪਤਾ ਨਹੀਂ। ਇਤਿਹਾਸ ਕਾਫੀ ਦਿਨ ਗੁਜ਼ਰ ਗਏ। ਇਸ ਲਗਨ ਦੇ ਵਿੱਚ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਨਾ ਖਾਣਾ ਚੰਗਾ ਲੱਗਦਾ, ਨਾ ਅੱਛੀ ਨੀਂਦ ਆਉਂਦੀ ਹੈ, ਨਾ ਕੋਈ ਹੋਰ ਵਸਤੂ ਚੰਗੀ ਲੱਗਦੀ ਹੈ। ਦਿਨ ਰਾਤ ਮਨ ਇਹਨਾਂ ਵਹਿਣਾਂ ਵਿੱਚ ਹੀ ਰੁੜਿਆ ਚਲਿਆ ਜਾ ਰਿਹਾ। ਇਹ ਠਾੜ ਦੇ ਦਿਨ, ਗਰਮੀ ਦੇ ਮੌਸਮ ਲੋਕੀ ਗਰਮੀ ਦੇ ਸਬਬ ਕੋਠਿਆਂ 'ਤੇ ਪੈਂਦੇ। ਅੱਜ ਆਪ ਜੀ ਨੇ ਵੀ ਆਪਣਾ ਖਾਟ, ਆਪਣਾ ਪੰਗੂੜਾ ਕੋਠੇ 'ਤੇ ਚੜਾ ਲਿਆ ਇਸ ਵਕਤ 'ਤੇ ਹੀ, ਪਰ ਮਨ ਇਹਨਾਂ ਵਹਿਣਾਂ ਵਿੱਚ ਹੀ ਰੁੜਿਆ ਜਾ ਰਿਹਾ। ਮਨ ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪਾ, ਪਤਾ ਨਹੀਂ ਕਿਹ ਦਿਨ ਦੀ ਜ਼ਿੰਦਗੀ ਹੈ। ਨਗੁਰੇ ਦਾ ਜੇ ਸਰੀਰ ਅੰਤ ਹੋ ਗਿਆ ਤਾਂ ਮਾਨੁਖ ਦੇਹ ਵੀ ਨਹੀਂ ਮਿਲਦੀ ਹੁੰਦੀ, ਤੇ ਪਤਾ ਨਹੀਂ ਕਿਵੇਂ ਗੁਰੂ ਨੂੰ ਢੂੰਢਣਾ। ਇਤਿਹਾਸ ਖਿਆਲਾਤ ਆ ਕੇ ਮਨ ਵਿੱਚ ਬਹੁਤ ਘਬਰਾਹਟ ਪੈਦਾ ਹੋਇਆ ਕਰੇ। ਜਾਣਦਾ ਹੋਈਏ ਲਾਗੀ ਹੋ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਪੀਰ, ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ। ਸੋ ਇਉਂ ਇਸੀ ਤਰ੍ਹਾਂ ਪਹਿਰ ਰਾਤ ਗੁਜ਼ਰ ਗਈ। ਅੱਧੀ ਰਾਤ ਗੁਜ਼ਰ ਗਈ, ਨੀਂਦ ਨਹੀਂ ਪਈ, ਕਿਉਂਕਿ ਚਿੰਤਾਤਰ ਪੁਰਸ਼ ਨੂੰ ਨੀਂਦ ਨਹੀਂ ਆਉਂਦੀ ਹੁੰਦੀ, ਦੁਖੀ ਪੁਰਸ਼ ਨੂੰ ਨੀਂਦ ਨਹੀਂ ਆਉਂਦੀ ਹੁੰਦੀ, ਰੋਗੀ ਨੂੰ ਨੀਂਦ ਨਹੀਂ ਆਉਂਦੀ ਹੁੰਦੀ, ਜਿਸਨੇ ਕਰਜ਼ਾ ਦੇਣਾ ਉਸ ਨੂੰ ਵੀ ਚੰਗੀ ਨੀਂਦ ਨਹੀਂ ਆਇਆ ਕਰਦੀ।
ਜਿਸਦੇ ਘਰ ਵਾਰ ਪ੍ਰਾਪਤ ਕਰਨੇ ਅਜੇ ਵਰ ਨਾ ਮਿਲਿਆ ਉਹਨੂੰ ਵੀ ਚੰਗੀ ਨੀਂਦ। ਇਹੋ ਜਿਹੇ ਕਈ ਕਾਰਨਾਂ ਕਰਕੇ ਨੀਂਦ ਕਿਤੇ ਕਿਤੇ ਖੁਸ਼ੀ ਵਿੱਚ ਵੀ ਨੀਂਦ ਉੱਡ ਜਾਇਆ ਕਰਦੀ। ਆਪ ਜੀ ਨੂੰ ਪਿਛਲਾ ਪਹਿਰ ਰਾਤਰੀ ਦਾ ਹੋ ਆਇਆ, ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੇ ਉੱਠਣ ਦਾ, ਉੱਠ ਕੇ ਇਸ਼ਨਾਨ ਆਦਿ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਨ ਦਾ ਸਮਾਂ ਹੈ। ਚੌਥੇ ਪਹਿਰ ਸੁਭਾਗ ਸੁਰਤਿਆਂ ਉਪਜਾਏ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨਮੁਖ ਸੱਚਾਨੋ। ਰਾਤ ਦੇ ਚੌਥੇ ਪਹਿਰ, ਦਿਨ ਰਾਤ ਦੇ 8 ਪਹਿਰ ਹੁੰਦੇ ਹਨ। ਰਾਤ ਦਾ ਪਿਛਲਾ ਪਹਿਰ ਯਾਨੀ ਚੌਥਾ ਪਹਿਰ ਵਾਹਿਗੁਰੂ ਦੇ ਪਿਆਰਿਆਂ ਦੇ ਚਿੱਤੇ ਸ਼ੌਕ ਜਾਗਦਾ ਹੈ। ਉਸ ਮੌਕੇ ਕਲਯੁਗ ਦੇ ਜੁਲੜ ਵਿੱਚ ਮੋਰੀਆਂ ਕਰਕੇ ਉੱਠਦੇ ਹਨ, ਇਸ਼ਨਾਨ ਆਦਿ ਕਰਕੇ ਪ੍ਰਭੂ ਧਿਆਨ ਵਿੱਚ ਜੁੜਦੇ ਹਨ। ਉਸ ਵਕਤ ਦੇ ਧਿਆਨ ਯਾਨੀ ਸਿਮਰਨ ਔਰ ਇਸ਼ਨਾਨ ਦਾ ਫਲ ਗੁਰੂ ਜੀ ਇਉਂ ਦਰਸਾਉਂਦੇ ਹਨ। ਕਰ ਇਸ਼ਨਾਨ ਸਿਮਰ ਪ੍ਰਭੇ ਆਪਣਾ, ਮਨ ਤਨ ਭੈ ਅਰੋਗਾ। ਕਰ ਇਸ਼ਨਾਨ ਸਿਮਰ ਪ੍ਰਭ, ਮਨ ਤਨ ਭੈ ਅਰੋਗਾ ਜੀ। सिमर प्रभु अपना, मन तन भय अरोगा। कर इशनान सिमर प्रभु, मन तन भय अरोगा जी। इंसान मन करके, तन करके और दोनों हालतों करके रोगी है, बीमार है, मरीज है। बीमार आदमी दुखी होंदा, सुखी नहीं होया कदा, तदे ही ये दुखी है। सो इन्हां दोनों का इलाज गुरु जी इकट्ठा ही दसदे हैं। कर इशनान सिमर प्रभ अपना, मन तन भय अरोगा। उस वक्त उठ के अच्छी तरह सोच दातन कुरला करके इशनान कर। इशनान तो बाद सिमरन कर बिरती, सिमरन विच जोड़, भजन विच जोड़। फल की होएगा? मन और तन दोनों नूं अरोगता मिलेगी। मन नूं शांति मिलेगी, तन नूं अरोगता मिलेगी। यही नहीं अगे 10 दिन कोट बिघन लाथे पर विशरना, प्रगटे भले संजोगा। इउं करन करके प्रभु की शरण गिरन करके करोड़ों ही बिघन दूर होणगे विहार परमार दे। अगे वास्ते इंसान की किस्मत चंगी होवेगी, इहदा यह फल होवेगा। सो वो वक्त हो आया, बीबी अमरो साहिब गुरु अंगद देव महाराज जी की सपुत्री, जिथे सेवा भजन का अधिकार आदमियों नूं है, उत्थे बीबियां नूं भी। कई लोग कहते हैं, कई मत मतंतरां का ख्याल है बई जनानियां दा, लड़कियां दा कल्याण नहीं हुंदी, अगला जन्म मानव दा मिलू फिर कल्याण होएगी। लेकिन ये ख्याल गलत है। कल्याण मुक्त ब्रह्म ज्ञान से है। ब्रह्म ज्ञान हमेशा बुद्ध नूं होना है। बुद्ध जिथे इंसान नूं इन्हां नूं भी है, जिथे अज मिनिस्टर भी हैं, मैजिस्ट्रेट भी हैं, DC भी हैं, होर ब्रह्म ज्ञान ही नहीं हुंदा। ब्रह्म ज्ञान तो युगा युगंतरां तो चले आ रहे इन्हां नूं। राणी चुड़ाला वर्गियां ब्रह्म ज्ञाना हुई, गार्गी ऐसियां जिन्होंने तो बड़े बड़े उपदेश लें, होर बेअंत गुरु घर दे विच माई भागो वर्गियां अवधूत अवस्था वाली ब्रह्म ज्ञाना। सो इस करके भगती ज्ञान हर एक का अधिकार है। सो बीबी अमरो गुरु अंगद देव महाराज जी की सपुत्री, आप जी के भतीजे नूं विआही हुई सी, यानी बाबा अमरदास जी के भतीजे नूं विआही हुई सी। रोज़ पिछले पैर उठ के इशनान आदि करके उसने पहले कुछ देर चुपचाप सिमरन अभ्यास अजपा जाप जपना। उस तो बाद घर का कम दुध आदि रिड़कना शुरू करना और अमृत वेल की बाणी पढ़नी शुरू करना। यूँ अज भी उसने इशनान आदि करके कुछ देर चुप चपाते सिमरन। सिमरन दो किस्म, एक जाप हुंदा, एक जप्पा हुंदा। सासन जाप जबान हिला के कीता जावे, उहनूं जाप कहंदे हन।
ਜਿੱਥੇ ਜ਼ੁਬਾਨ ਨਾ ਹਿਲੇ ਖਿਆਲ ਹੀ ਕੰਮ ਕਰੇ ਉਹਨੂੰ ਅਜੱਪਾ ਕਹਿੰਦੇ ਹਨ। ਅਜੱਪਾ ਜਾਪ ਨਾ ਵਿਸਰੇ ਆਦ ਜੁਗਾ ਸਮਾਧ। ਇਸ ਦੇ ਬਹੁਤ ਸਾਰੇ ਤਰੀਕੇ ਹਨ। ਸਵਾਸ ਪ੍ਰਾਸ ਵੀ ਅਜੱਪਾ ਹੁੰਦਾ ਹੈ, ਮਧਮਾ ਬਾਣੀ ਵਿੱਚ ਵੀ ਹੁੰਦਾ ਹੈ, ਕੁਸੰਤੀ 'ਚ ਵੀ ਹੁੰਦਾ, ਪਰਾਬਾਣੀ 'ਚ ਵੀ ਹੁੰਦਾ, ਤ੍ਰਿਪਤੀ 'ਚ ਵੀ ਹੁੰਦਾ, ਦਸਵੇਂ ਪਾਠ 'ਚ ਵੀ ਹੁੰਦਾ। ਯਾਨੀ ਅਜੱਪਾ ਦੇ ਰੋਮ ਰੋਮ ਵਿੱਚੋਂ ਵੀ ਨਾਮ ਦੀ ਧੁਨੀ ਹੁੰਦੇ ਅਭਿਆਸ ਜੈਸੀ ਜੈਸੀ ਉਸ ਦਾ ਕਿਸੇ ਨੇ ਪ੍ਰਪੱਕ ਕਰ ਲਈ ਹੈ ਮਹਾਂਪੁਰਖ ਦੇ ਇਸ਼ਾਰੇ ਦੇ ਮੁਤਾਬਕ, ਵੈਸਾ ਉਸ ਦਾ ਅਜੱਪਾ ਸ਼ੁਰੂ ਹੋ ਜਾਂਦਾ ਹੈ। ਕਦੇ ਵੀ ਨਹੀਂ ਵਿਸਰਦਾ ਹੋ ਰਿਹਾ। 8 ਪਰ 64 ਘੜੀ ਨਾਮ ਦੀ ਅਵਸਥਾ ਦੀ ਬਾਬਤ ਇਹ ਦੱਸਿਆ। ਨੌਨਿਧ ਅੰਮ੍ਰਿਤ ਪ੍ਰਭੂ ਕਾ ਨਾਮ ਦਹੀ ਮੈਂ ਸਿੱਖਾ ਵਿਸਰਾਮ। ਨਾਮ ਨਿਧੀਆਂ ਦਾ ਦਾਤਾ ਪ੍ਰਭੂ ਦਾ ਨਾਮ, ਇਹਦਾ ਵਿਸਰਾਮ ਸਰੀਰ, ਹਰ ਇੱਕ ਸਰੀਰ ਵਿੱਚ ਹੈ। ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਇਹਦਾ ਨਿਵਾਸ ਹੈ। ਪਰ ਸੁਣ ਨਹੀਂ ਸਕੀਦਾ। ਸੋ ਆਇਓ ਪਹਿਲੇ ਕੁਛ ਦੇਰ ਸਿਮਰਨ ਕੀਤਾ ਬੀਬੀ ਅਮਰੋ ਨੇ। ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ, ਕਿਉਂਕਿ ਪਿੰਡਾਂ ਦੇ ਵਿੱਚ ਦੁੱਧ ਆ ਰਿੜਕਣਾ ਜ਼ਰੂਰੀ ਹੁੰਦਾ ਹੈ। ਦੁੱਧ ਰਿੜਕਣਾ ਸ਼ੁਰੂ ਕੀਤਾ। ਅੰਮ੍ਰਿਤ ਵੇਲੇ ਦੀ ਬਾਣੀ ਸ੍ਰੀ ਆਸਾ ਜੀ ਦੀ ਵਾਰ, ਉਸ ਦਾ ਪਾਠ ਵੀ ਨਾਲ ਨਾਲ ਸ਼ੁਰੂ ਕਰ ਦਿੱਤਾ। ਹੱਥ ਪਾਉ ਕਰਕਾਮ ਸਭ ਚੀਤਨ ਨਿਰੰਜਨ ਨਾਲ। ਭਜਨ ਕਰਨ ਵਾਲੇ ਕੁਛ ਇਕਾਂਤ ਬੈਠ ਕੇ ਲਿਵ ਲਾਉਂਦੇ ਹਨ, ਕੁਛ ਸੰਗਤ ਵਿੱਚ ਜੁੜ ਕੇ ਇਹਦੀ ਭਜਨ ਹੈ। ਇਕਾਂਤ ਬੈਠ ਕੇ ਵੀ ਹੈ ਔਰ ਕੰਮਕਾਰ ਦੇ ਦੌਰਾਨ ਵਿੱਚ ਵੀ ਹੋ ਸਕਦਾ, ਬਸ਼ਰਤੇ ਕਿ ਕੰਮ ਦਿਮਾਗੀ ਨਾ ਹੋਵੇ, ਖਿਆਲ ਦਾ ਨਾ ਹੋਵੇ, ਤੁਰਦੇ ਫਿਰਦੇ ਹੋਰ ਹੱਥੀਂ ਕੰਮਕਾਰ ਕਰਨਾ। ਦਿਮਾਗੀ ਕੰਮ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹੜਾ ਸਮਾਂ ਮਿਲਦਾ ਰਹੇ, ਜਿਹੜੇ ਪ੍ਰੇਮੀ ਨੂੰ ਉਸ ਨੂੰ ਸੰਭਾਲ ਸਕਦੇ ਹੈ। ਸੋ ਇਉਂ ਕਰਕੇ ਅਸੀਂ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ ਔਰ ਅੰਮ੍ਰਿਤ ਵੇਲੇ ਦੀ ਬਾਣੀ ਸ੍ਰੀ ਆਸਾ ਜੀ ਦੀ ਵਾਰ, ਉਹਦਾ ਵੀ ਜ਼ੁਬਾਨ ਦੇ ਨਾਲ ਪਾਠ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਟਿਕਟਕਾ ਦਾ ਸਮਾਂ ਸੀ। ਬਾਬਾ ਅਮਰਦਾਸ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਪਈ। ਗੁਰੂ ਮਿਲਾਪ ਦੀ ਲਗਨ ਦੇ ਵਿੱਚ ਉਹਨਾਂ ਦਾ ਚਿੱਤ ਤੜਪ ਰਿਹਾ ਸੀ। ਸੋ ਬੀਬੀ ਨੇ ਪਹਿਲਾਂ ਹੀ ਸ਼ਲੋਕ ਆਇਆ ਆਸਾ ਜੀ ਦੀ ਵਾਰ ਦਾ, ਉਹਦੀ ਆਵਾਜ਼ ਨੂੰ ਆਪ ਜੀ ਦੇ ਕੰਨ ਵਿੱਚ ਪੈਂਦੀ ਹੈ। ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ। ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਰਬਾਣੀ ਸੁਖੈਨ ਤੇ ਸੁਖੈਨ ਵੀ ਹੈ, ਮੁਸ਼ਕਿਲ ਤੇ ਮੁਸ਼ਕਿਲ ਵੀ ਹੈ, ਪਰ ਇਹ ਤਾਂ ਬੜੀ ਸੁਖੈਨ ਹੈ। ਜਿਹਦਾ ਮਤਲਬ ਗੁਰੂ ਤੋਂ ਬਲਿਹਾਰੀ ਜਾਵਾਂ, ਦਿਹਾੜੀ ਵਿੱਚ ਦਿਨ ਵਿੱਚ 100 ਵਾਰੀ ਬਲਿਹਾਰੇ ਜਾਵਾਂ। ਕਿਉਂ ਜੀ? ਜਿਸਨੇ ਪਸ਼ੂ ਪ੍ਰੇਤ ਤੋਂ ਦੇਵ ਕਰ ਪੂਰੇ, ਸਤਿਗੁਰ ਕੀ ਵਡਿਆਈ। ਪਸ਼ੂ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ। ਮਨੁੱਖਾਂ ਵਿੱਚ ਪਸ਼ੂ ਵੀ ਹਨ, ਪ੍ਰੇਤ ਵੀ ਹਨ। ਜਿਹੀ ਜਿਹੀ ਕਿਸੇ ਦੀ ਬਿਰਤੀ, ਜਿਹੇ ਜਿਹੇ ਖਿਆਲਾਤ ਕਰਤੱਵ, ਵੈਸਾ ਹੀ ਉਸਨੂੰ ਦਰਜਾ ਮਿਲਦਾ ਹੈ। ਜਿਹੜੇ ਖਾਣ ਪੀਣ ਤੱਕ ਹੀ ਮਹਿਦੂਦ ਹਨ, ਭਾਵੇਂ ਕੁਛ ਵੀ ਹੈ, ਕਿਸੇ ਦਾ ਹੱਕ ਮਾਰ ਲਿਆ, ਕੁਛ ਕਰ ਲਿਆ, ਉਹਨਾਂ ਨੂੰ ਹੈਵਾਨਾਂ ਦਾ ਦਰਜਾ ਦਿੱਤਾ। ਜਿਨ੍ਹਾਂ ਦੀ ਛੜੀਆ ਬਿਰਤੀ ਹੈ ਉਹਨੂੰ ਪ੍ਰੇਤ ਸੁਭਾਅ ਹੈ, ਜਿਨ੍ਹਾਂ ਦਾ ਪ੍ਰਧਾਨ ਉਹਨੂੰ ਪ੍ਰੇਤ ਕਿਹਾ ਜਾਂਦਾ, ਪਸ਼ੂ ਪ੍ਰੇਤ। ਇਸੀ ਤਰ੍ਹਾਂ ਜਿਨ੍ਹਾਂ ਦੇ ਦੈਵੀ ਸੁਭਾਅ ਪ੍ਰਧਾਨ ਹਨ, ਦੇਵਤਿਆਂ ਵਾਲੇ, ਉਹਨੂੰ ਦੇਵਤਾ ਕਿਹਾ ਜਾਂਦਾ। ਦੁਨੀਆਂ ਵਿੱਚ ਗੁਰੂ ਸ਼ਰਨ ਵਿੱਚ ਆ ਕੇ ਦੇਵਤਾ ਸੁਭਾਅ ਪ੍ਰਾਪਤ ਹੁੰਦਾ ਹੈ। ਅਸਲੀ ਸੁਭਾਅ ਇਸਦਾ ਦੈਵੀ ਸੁਭਾਅ ਵੀ ਹੈ। ਦੂਸਰੇ ਓਪਰੇ ਸੁਭਾਅ ਕਾਰਜ ਸਿੱਧੀ ਵਾਸਤੇ ਇਸ ਨੂੰ ਮਿਲੇ ਹੋਏ ਹਨ। ਸਰੀਰ ਦੇ ਚੰਦ ਦਿਨ ਜਿਹੜਾ ਇਸ ਨੂੰ ਮਿਲਿਆ, ਉਸ ਦੀ ਕਾਰਜ ਸਿੱਧੀ ਵਾਸਤੇ ਉਪਰੇ ਸੁਭਾਅ ਇਸ ਨੂੰ, ਅਸਲੀ ਸੁਭਾਅ ਇਸਦਾ ਜੀਵ ਦਾ ਦੇਵਤਾ ਸੁਭਾਅ। ਸੰਯੋਗ ਕਰਕੇ ਇਹੋ ਜਿਹੇ ਗੁਰੂ ਤੇ 100 ਵਾਰੀ ਦਿਹਾੜੀ ਵਿੱਚ ਬਲਿਹਾਰੇ ਜਾਣਾ ਬਹੁਤ ਥੋੜ੍ਹਾ ਹੈ। ਫਿਰ ਅੱਗੇ ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮਨ ਦੇ ਅੰਦਰ ਇੱਕ ਅੰਧੇਰਾ ਹੈ, ਜਿਸਨੂੰ ਅਗਿਆਨ ਦਾ ਅੰਧੇਰਾ ਕਿਹਾ ਜਾਂਦਾ। ਸਾਰੇ ਦੁੱਖਾਂ ਦਾ ਮੂਲ, ਜਿਸ ਦੀ ਬਾਬਤ ਹੁਣ ਦੱਸਿਆ, ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ।
ਉਸ ਅੰਧੇਰੇ ਵਿੱਚ ਭਾਵੇਂ ਰਾਜਾ ਹੈ ਭਾਵੇਂ ਗਰੀਬ ਹੈ, ਦੋਵੇਂ ਦੁਖੀ ਹਨ। ਧੁੱਪ ਹਨੇਰਾ ਹੋਵੇ, ਕਾਨੂੰਨ ਕੁਦਰਤ ਇਸ ਦਾ ਲਿਹਾਜ਼ ਨਹੀਂ ਨਾ ਕਰਦੀ। ਧੁੱਪ ਅੰਧੇਰਾ ਹੋਵੇ, ਹੋਰ ਘਣਾ ਜੰਗਲ ਹੋਵੇ, ਹੱਥ ਮਾਰਿਆ ਦੀਂਦਾ ਨਾ ਹੋਵੇ, ਭਾਵੇਂ ਉੱਥੇ ਗਰੀਬ ਚਲੇ ਗਿਆ ਭਾਵੇਂ ਬਾਦਸ਼ਾਹ ਚਲੇ ਗਿਆ, ਦੋਵੇਂ ਦੁਖੀ ਹੋਣਗੇ। ਇਸੀ ਤਰ੍ਹਾਂ ਜਿਹੜਾ ਮਨ ਦੇ ਅੰਦਰ ਅਗਿਆਨ ਰੂਪੀ ਅੰਧੇਰਾ ਹੈ, ਉਸ ਅਗਿਆਨ ਦੇ ਅੰਧੇਰੇ ਵਿੱਚ ਕੋਈ ਵੀ ਸੁਖੀ ਨਹੀਂ। ਜਿੰਨੀ ਦੇਰ ਤੱਕ ਉਹ ਅੰਧੇਰਾ ਦੂਰ ਨਹੀਂ ਹੁੰਦਾ, ਉਸ ਨੂੰ ਦੂਰ ਕਰਨ ਵਾਸਤੇ ਗੁਰੂ ਦਾ ਗਿਆਨ ਹੀ ਸਮਰੱਥ ਹੈ। ਗੁਰੂ ਤੋਂ ਰੋਸ਼ਨੀ ਮਿਲਦੀ ਹੈ ਜਿਹੜੀ ਉਸ ਅੰਧੇਰੇ ਨੂੰ ਦੂਰ ਕਰਦੀ ਹੈ। ਵਰਨਾ ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਆਸਮਾਨ ਵਿੱਚ 100 ਚੰਦਰਮਾ 1000 ਸੂਰਜ ਇੱਕ ਲੱਖ ਚੜ ਜਾਵੇ, ਇਤਨੀ ਰੋਸ਼ਨੀ ਹੋ ਜਾਏ, ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਉਹ ਅਗਿਆਨ ਦਾ ਅੰਧੇਰਾ ਬਿਨਾਂ ਗੁਰੂ ਦੀ ਕਿਰਪਾ ਤੋਂ ਕਦੇ ਦੂਰ ਨਹੀਂ ਹੋ ਸਕਦਾ। ਅਤੇ ਗੁਰੂ ਦੀ ਕਿਤਨੀ ਮਹਿਮਾ ਹੋਈ। ਇਹ ਬਚਨ ਬਾਬਾ ਅਮਰਦਾਸ ਜੀ ਦੇ ਕੰਨ ਵਿੱਚ ਕੋਠੇ ਤੇ ਪਹਿਲਾਂ ਪਏ ਸਨ। ਨੀਂਦ ਨਹੀਂ ਸੀ ਆਈ, ਜਦੋਂ ਚਿੰਤਾ ਪਾਉਣ ਲੱਗਿਆ ਮੈਂ ਬੈਠਾ ਨੀਂਦ ਕਿੱਥੇ ਆਉਂਦੀ ਹੈ, ਸੋ ਫਿਰ ਉੱਠ ਕੇ ਬੈਠ ਜਾਂਦੇ ਹਨ। ਕੰਨ ਵਿੱਚ ਇਹ ਆਵਾਜ਼ ਪੈਣ ਵੇਖਣ ਦੇ ਲੂਣਿਆਂ ਦੁਆਰਾ ਇਸ ਅੰਮ੍ਰਿਤ ਨੂੰ ਪਾਨ ਕਰਨ ਲੱਗ ਪਏ। ਹੈਰਾਨ ਹੋ ਰਹੇ ਹਨ, ਕਿਉਂਕਿ ਗੁਰਬਾਣੀ ਹਰ ਕਿਸਮ ਦੇ ਅਧਿਕਾਰੀ ਦੀ ਅਗਵਾਈ ਕਰਦੀ ਹੈ। ਉਹਨਾਂ ਨੂੰ ਗੁਰੂ ਮਿਲਾਪ ਦੇ ਵਾਸਤੇ ਤੜਪ ਸੀ। ਉਹ ਜਿਹੇ ਬਚਨ ਇਹਨਾਂ ਨੂੰ ਬਹੁਤ ਹੀ ਚੰਗੇ ਔਰ ਅੱਛੀ ਤਰ੍ਹਾਂ ਸਮਝ ਆਉਂਦੇ ਹਨ। ਹੈਰਾਨ ਹੋ ਰਹੇ ਹਨ ਵੀ ਸਾਡੇ ਘਰੋਂ ਆਵਾਜ਼ ਆ ਰਹੀ ਹੈ, ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ। ਪਤਾ ਨਹੀਂ ਕਿਸ ਬਜ਼ੁਰਗ ਦਾ ਕਲਾਮ ਹੈ, ਕਿਸ ਦੇ ਬਚਨ ਹਨ। ਹੈਰਾਨ ਹੋ ਰਹੇ ਨੇ, ਹੈਰਾਨੀ ਦੀ ਹੱਦ ਨਹੀਂ। ਅੱਗੇ ਯੂੰ ਪਾਠ ਹੋ ਰਿਹਾ ਹੈ ਸ੍ਰੀ ਆਸਾ ਜੀ ਦੀ ਵਾਰ ਦਾ। ਇਸ ਵਿਸ਼ੇ ਦੇ ਜਿਹੜੇ ਬਚਨ ਆਉਂਦੇ ਨੇ ਆਪ ਜੀ ਨੂੰ ਅੱਛੀ ਤਰ੍ਹਾਂ ਨਿਖਰਵੇਂ ਸਮਝ ਆਉਂਦੇ ਨੇ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਨਾਲ ਹੈ, ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਜ਼ਰੂਰ ਹੈ, ਕਦੇ ਵੀ ਕਿਸੇ ਨੂੰ ਦੂਰ ਨਹੀਂ। ਪਰ ਇਤਨਾ ਨਜ਼ਦੀਕ ਤਰ ਹੋਣ ਦੇ ਬਾਵਜੂਦ ਵੀ ਉਸਨੂੰ ਬਿਨਾਂ ਗੁਰੂ ਦੀ ਕਿਰਪਾ ਤੋਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਸਤਿਗੁਰ ਵਿੱਚ ਆਪ ਰੱਖਣ। ਗੁਰੂ ਨੇ ਉਸਨੂੰ ਸਹੀ ਕੀਤਾ, ਪ੍ਰਗਟ ਕੀਤਾ ਹੈ। ਕਰ ਪ੍ਰਗਟ ਆਖ ਸੁਣਾਇਆ, ਅਧਿਕਾਰੀ ਜਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਇਹ ਵਚਨ ਵੀ ਇਹ ਜਿਹੇ ਅੱਛੀ ਤਰ੍ਹਾਂ ਸਮਝ ਆ ਰਹੇ ਹਨ। ਇਸੀ ਤਰ੍ਹਾਂ 12ਵਾਂ ਸ਼ਲੋਕ ਆ ਜਾਂਦਾ ਹੈ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਤੇ ਮਨ ਜਿਹੜਾ ਹੈ, ਸਾਰੇ ਝਗੜੇ ਝਾਟਿਆਂ ਦਾ ਮੂਲ ਮਨ ਹੈ। हे राम जी, वशिष्ठ जी कहते हैं, तमाम उपद्रवों के देने वाला ये मन है। जितनी देर तक इस मन ਨੂੰ ਜੈ ਨਹੀਂ ਕਰਦਾ, ਪਰਮ ਪਦਵੀ ਦੀ ਪ੍ਰਾਪਤੀ ਹੋ ਨਹੀਂ ਸਕਦੀ। ਇਸ ਮਨ ਨੂੰ ਗੁਰੂ ਗਿਆਨ ਤੋਂ ਬਿਨਾਂ ਕਿਸੇ ਨੇ ਜੈ ਕੀਤਾ ਨਹੀਂ। ਹੋਰ ਕੋਈ ਉਪਾਅ ਨਹੀਂ ਇਸ ਮਨ ਨੂੰ ਜਿੱਤਣ ਵਾਸਤੇ। ਤੇ ਇਸ ਵਾਸਤੇ ਦੱਸਦੇ ਹਨ, ਕੁੰਭੇ ਬੱਧਾ ਜਲ ਰਹੇ, मन पंछी तब लग उड़े, जब लग विषय वासना मान, ज्ञानबाज की झपट में जब लग आयो ना। ਪਹਿਲੇ ਸਮਿਆਂ ਵਿੱਚ ਲੋਕੀ ਬਾਜ਼ ਰੱਖਦੇ ਸਨ, ਜਾਨਵਰਾਂ ਦਾ ਸ਼ਿਕਾਰ ਕਰਦੇ ਸਨ। ਜਾਨਵਰ ਦੇ ਪਿੱਛੇ ਬਾਜ਼ ਨੂੰ ਛੱਡ ਦੇਣਾ, ਬਾਜ਼ ਨੇ ਜਾਨਵਰ ਨੂੰ ਬੜੇ ਪੰਜਿਆਂ 'ਚ ਪਕੜ ਕੇ ਲੈ ਆਉਣਾ। ਇਸੀ ਤਰ੍ਹਾਂ ਮਨ ਇੱਕ ਪੰਛੀ ਦੀ ਨਿਆਈ ਦੱਸਿਆ ਹੈ। ਮਨ ਪੰਛੀ ਦੀਆਂ ਉਡਾਰੀਆਂ ਉਨੀ ਦੇਰ ਤੱਕ ਹਨ। ਮਨ ਪੰਛੀ ਤਬ ਲੱਗ ਉਡੇ, ਉਨੀ ਦੇਰ ਤੱਕ ਇਹਦੀਆਂ ਉਡਾਰੀਆਂ ਹਨ, ਜਬ ਲਗ ਵਿਸ਼ੇ ਵਾਸ਼ਨਾਵਾਂ, ਜਿੰਨੀ ਦੇਰ ਤੱਕ ਵਿਸ਼ੇ ਵਾਸ਼ਨਾ ਵਿੱਚ ਹੈ। ਗਿਆਨਬਾਜ਼ ਕੀ ਝਪਟ ਮੇਂ ਜਬ ਲਗ ਆਇਓ ਨਾ, ਜਿੰਨੀ ਦੇਰ ਤੱਕ ਬ੍ਰਹਮ ਗਿਆਨ ਰੂਪੀ ਬਾਜ਼ ਦੇ ਝਪੱਟੇ ਵਿੱਚ ਆ ਨਹੀਂ ਗਿਆ, ਉਨੀ ਦੇਰ ਤੱਕ ਮਨ ਰੂਪੀ ਪੰਛੀ ਦੀਆਂ ਉਡਾਰੀਆਂ ਹਨ। ਜਦੋਂ ਬ੍ਰਹਮ ਗਿਆਨ ਦੇ ਝਪੱਟੇ ਵਿੱਚ ਆ ਗਏ ਨੇ, ਉਡਾਰੀਆਂ ਖਤਮ ਹੋ ਜਾਂਦੀਆਂ ਹਨ। ਪਰ ਗਿਆਨ ਕਿੱਥੋਂ ਮਿਲੇ ਇਹੋ ਜਿਹਾ? ਉਹ ਗਿਆਨ ਗੁਰੂ ਬਿਨਾਂ ਮਿਲਦਾ ਨਹੀਂ। ਕੁੰਭੇ ਬੱਧਾ ਜਲ ਰਹੇ, जल बिन कुंभ न होए, ज्ञान का बद्धा मन रहे, गुर बिन ज्ञान न हो। कुंभे बद्धा जल रहे, जल बिन कुंभ न होए, पानी घड़े तो बिना रह नहीं सकता। इसी तरह मन ज्ञान तो बिना नहीं काबू होगा, वो ज्ञान गुरु तो बिना नहीं होता है। ਇਹ ਜਿਹੇ ਬਚਨ ਅੱਛੀ ਤਰ੍ਹਾਂ ਸਮਝ ਆਉਂਦੇ ਜਾਂਦੇ ਨੇ ਬਾਬਾ ਜੀ ਦੇ। ਇਸੀ ਤਰ੍ਹਾਂ ਹੈਰਾਨ ਹੋ ਰਹੇ ਹਨ, ਮੇਰੇ ਖਿਆਲਾਂ ਦੀ ਪੁਸ਼ਟੀ ਹੋ ਰਹੀ ਹੈ। ਹੌਲੀ ਹੌਲੀ ਅੱਗੇ ਜਾ ਕੇ ਹੋਰ ਬਚਨ ਆਉਂਦਾ, ਜਿਸ ਦੇ ਵਿੱਚ ਅਤਿਅੰਤ
ਗੁਰੂ ਦੀ ਮਿਹਰ ਜਿਸ ਤੇ ਹੋਊਗੀ ਉਹਦੀਆਂ ਸਾਰੀਆਂ ਬੁਰਾਈਆਂ ਖਤਮ ਹੋ ਜਾਂਦੀਆਂ ਨੇ। ਇਉਂ ਆਉਂਦਾ ਵਿੱਚ ਮਾਰ ਕੱਢੀਆਂ ਬੁਰੀਆਈਆਂ, ਗੁਰਾਂ ਨੇ ਸਿਰ ਤੇ ਹੱਥ ਰੱਖਿਆ। ਮਾਰ ਕੱਢੀਆਂ ਬੁਰੀਆਈਆਂ, ਗੁਰਾਂ ਨੇ ਸਿਰ ਤੇ ਹੱਥ ਰੱਖਿਆ। ਤਾਂ ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਖਾਸ ਕਿਰਪਾ ਹੋ ਗਈ ਕਿਸੇ ਤੇ ਸਿਰ ਤੇ ਹੱਥ, ਯਾਨੀ ਕਿਰਪਾ ਦ੍ਰਿਸ਼ਟੀ ਕਰਕੇ ਸਾਰੀਆਂ ਬੁਰਾਈਆਂ ਅੰਦਰੋਂ ਦੂਰ ਕਰ ਦਿੱਤੀਆਂ। ਮਨ ਦੇ ਵਿੱਚ ਬੁਰਾਈ ਫੁਰੇਗੀ ਨਾ, ਗੁਰੂ ਦੀ ਕਿਰਪਾ ਹੋ ਜਦੋਂ ਮਨ 'ਚ ਹੀ ਨਾ ਬੁਰਾਈ ਫੁਰੇਗੀ, ਸਰੀਰ ਕੈਸੇ ਕਰਕੇ ਕੈਸੇ ਬੁਰਾਈ ਹੋਵੇਗੀ। ਤਾਂ ਤੇ ਕਿਤਨੀ ਬੜੀ ਕਿਰਪਾ ਹੈ। ਸੋ ਇਤਿਹਾਸ ਇਹ ਗੱਲਾਂ ਅੱਛੀ ਤਰ੍ਹਾਂ ਸਮਝ ਆਉਂਦੀਆਂ ਜਾਂਦੀਆਂ ਹੈ। ਬਾਬਾ ਅਮਰਦਾਸ ਦੇ ਹੈਰਾਨੀ ਦੀ ਵੀ ਹੱਦ ਨਾ ਰਹੀ। ਹੌਲੀ ਹੌਲੀ ਪਾਠ ਹੋ ਰਿਹਾ ਹੈ। ਜੇਠਾੜ ਦੀਆਂ ਰਾਤਾਂ ਛੋਟੀਆਂ, ਦਿਨ ਵੱਡੇ ਹੁੰਦੇ ਹਨ। ਸੋ ਚਾਹੇ ਫਟਾਲਾ ਹੋ ਗਿਆ, ਚੜ੍ਹਦੀ ਵੱਲੋਂ ਇੱਕ ਚਿੜੀ ਚੌਕਣੀ ਸ਼ੁਰੂ ਹੁੰਦੀ। ਚਿੜੀ ਚੌਕੀ ਪੋ ਫੁੱਟੀ ਵਗਣ ਬਹੁਤ ਰੰਗ, ਚੜ੍ਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਉਹਦੀ ਆਵਾਜ਼ ਆਉਣ ਲੱਗ ਪਈ। ਉਹਦੀ ਆਵਾਜ਼ ਬਾਣੀ ਦੇ ਆਨੰਦ ਨੂੰ ਦੂਰ ਕਰਨ ਲੱਗ ਪਈ। ਹੌਲੀ ਹੌਲੀ ਪੌੜੀ ਥਾਈ ਨੀਚੇ ਉਤਰ ਕੇ ਭੋਲੇ ਖੜ ਕੇ ਸੌਣ ਲੱਗ ਪਏ। ਖੈਰ ਸਾਹਮਣੇ ਕਿਉਂ ਨਾ ਹੋਏ, ਬੀਬੀ ਪਰਦਾ ਕਰੇਗੀ। ਸ਼ਾਇਦ ਜੋ ਕੁਛ ਪੜ੍ਹ ਰਹੀ ਹੈ ਇਹ ਅੰਮ੍ਰਿਤ ਮੈਨੂੰ ਨਾ ਪ੍ਰਾਪਤ ਹੋ ਜੇ ਚੁੱਪ ਹੋ ਗਈ ਤਾਂ। ਇਸ ਵਾਸਤੇ ਉਹਲੇ ਖੜ ਕੇ ਸੁਣਦੇ ਰਹੇ। ਇਤਨੇ ਨੂੰ ਦਿਨ ਚੜ੍ਹ ਗਿਆ, ਮੂੰਹ ਨੂੰ ਮੂੰਹ ਦਿਸਣ, ਦੁੱਧ ਵੀ ਰਿੜਕਿਆ ਗਿਆ, ਅਰਸਾਈ ਦਿਵਸ ਦਾ ਪਾਠ ਵੀ ਪੂਰਾ ਹੋ ਗਿਆ। ਸਾਹਮਣੇ ਹੋਏ ਪੁੱਛਣ ਲੱਗੇ, ਬੇਟਾ ਇਹ ਇਸ ਬਜ਼ੁਰਗ ਦਾ ਕਲਾਮ ਤੂੰ ਸਵੇਰ ਤੋਂ ਪੜ੍ਹਦੀ, ਦੁੱਧ ਰਿੜਕਣ ਸ਼ੁਰੂ ਕੀਤਾ ਸੀ ਉਦੋਂ ਤੋਂ ਪੜ੍ਹਦੀ ਹੈ। ਬੀਬੀ ਨੇ ਕੁਛ ਸੰਕੋਚ ਕੇ ਕਿਹਾ, ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਬੇਟਾ ਗੁਰੂ ਨਾਨਕ ਕਿੱਥੇ? ਗੁਰੂ ਨਾਨਕ ਸੱਤਾਂ ਦੀ 5 ਖੰਡਾਂ ਦੇ ਵਿੱਚ ਗੁਰਸਿੱਖੀ ਭਗਤੀ ਮਾਰਦੜ ਕਰਵਾ ਕੇ ਆਪ ਅੰਤਰ ਧਿਆਨ ਹੋ ਗਏ। ਆਪਣੀ ਜੋਤ ਗੁਰੂ ਅੰਗਦ ਵਿੱਚ ਰੱਖੀ। ਅੱਜ ਦੂਸਰਾ ਗੁਰੂ ਖਡੂਰ ਜੋਤ ਜਗਾਉਂਦਾ ਹੈ। ਜਦੋਂ ਇੰਨੀ ਗੱਲ ਸੁਣੀ ਹੈਰਾਨੀ ਦੀ ਹੱਦ ਨਾ ਰਹੀ। ਸ਼ੁਕਰ ਕੀਤਾ ਵੀ ਸ਼ਾਇਦ ਮੈਨੂੰ ਅੱਜ 22 ਸਾਲ ਜਿਹੜੀ ਯਾਤਰਾ ਕੀਤੀ ਗੰਗਾ ਜੀ ਦੀ, ਉਹਦਾ ਫਲ ਮੈਨੂੰ ਅੱਜ ਮਿਲਿਆ ਹੈ। ਕਿਉਂਕਿ ਬੇਅੰਤ ਪੁੰਨ ਕਰਮਾਂ ਦਾ ਫਲ ਗੁਰੂ ਦਾ ਮਿਲਾਪ ਹੋਇਆ ਕਰ, ਐਵੇਂ ਹੁੰਦਾ ਨਹੀਂ। ਸੋ ਸ਼ੁਕਰ ਕੀਤਾ, ਕਿਹਾ ਬੇਟਾ ਮੈਨੂੰ ਇੱਕ ਇੱਕ ਦਿਨ 100 ਵਰ੍ਹੇ ਵਰਗਾ ਗੁਜ਼ਰਦਾ ਹੈ। ਮੈਨੂੰ ਗੁਰੂ ਚਰਨੀ ਸਿੱਖ। ਜਿੰਨੀ ਦੇਰ ਤੱਕ ਮੈਂ ਗੁਰੂ ਚਰਨੀ ਨਹੀਂ ਲੱਗਦਾ ਮੇਰਾ ਜੀਵਨ ਬਾਦ ਹੈ, ਵਿਅਰਥ ਹੈ। ਸੋ ਬੀਬੀ ਨੇ ਕਿਹਾ, ਪਿਤਾ ਜੀ ਖਿਮਾ ਕਰਨਾ, ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ। ਮੈਂ ਆਪਣੇ ਗੁਰੂ ਅੰਗਦ ਦੇਵ ਗੁਰੂ ਪਿਤਾ ਨੂੰ ਨਿਰਾਪੁਰਾ ਦੁਨੀਆਵੀ ਪਿਤਾ ਨਹੀਂ ਸਮਝਦੀ, ਮੈਂ ਉਹਨਾਂ ਨੂੰ ਗੁਰੂ ਪਰਮੇਸ਼ਰ ਵੀ ਸਮਝਦੀ ਹਾਂ। ਗੁਰੂ ਦਾ ਹੁਕਮ ਸਿੱਖ ਦੇ ਵਾਸਤੇ ਖੁਦਾਈ ਹੁਕਮ ਹੁੰਦਾ, ਰੱਬੀ ਹੁਕਮ ਹੋਇਆ ਕਰਦਾ। ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ, ਬੇਟਾ ਜਿੰਨੀ ਦੇਰ ਤੱਕ ਤੈਨੂੰ ਨਾ ਬੁਲਾਇਆ ਜਾਵੇ ਆਪਣੇ ਆਪ ਨਹੀਂ ਤਾਂ ਆਉਣਾ ਹੋਵੇਗਾ। ਸੋ ਇਸ ਕਰਕੇ ਖਿਮਾ ਕਰਨਾ, ਮੈਂ ਖਡੂਰ ਨਹੀਂ ਜਾ ਸਕਦੀ। ਬਾਬਾ ਅਮਰਦਾਸ ਜੀ ਨੇ ਕਿਹਾ, ਬੇਟਾ ਠੀਕ ਹੈ, ਪਰ ਮੈਨੂੰ ਵੀ ਇੱਕ ਦਿਨ 100 ਵਰ੍ਹੇ ਵਰਗਾ ਗੁਜ਼ਰਦਾ ਹੈ ਗੁਰੂ ਮਿਲਾਪ ਦੇ ਵਾਸਤੇ। ਅੱਜ ਮੇਰੇ ਭਾਗ ਕੁਝ ਜਾਗੇ, ਮੈਨੂੰ ਪਤਾ ਲੱਗ ਗਿਆ ਗੁਰੂ ਦਾ। ਇਸ ਗੱਲ ਦੀ ਖਿਮਾ ਮੈਂ ਮੰਗ ਦਿਆਂਗਾ, ਇਸ ਦੀ ਮੁਆਫੀ ਮੈਂ ਮੰਗ ਦਿਆਂਗਾ, ਪਰ ਮੈਨੂੰ ਗੁਰੂ ਚਰਨੀ ਸਿੱਖ। ਬਾਰ ਬਾਰ ਕਹਿਣ ਤੇ ਬੀਬੀ ਅਮਰੋ ਬਾਬਾ ਅਮਰਦਾਸ ਜੀ ਨੂੰ ਅੱਜ ਖਡੂਰ ਸਾਹਿਬ ਲੈ ਕੇ ਚਲੇ ਜਾਂਦੇ ਹਨ। ਗੁਰੂ ਸ਼ਰਨ ਪ੍ਰਾਪਤ ਹੋਈ। ਸਾਧ ਸੰਗਤ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਕਰਤੀ। ਇਹ 2 ਗੱਲਾਂ ਗੁਰੂ ਬਾਬਾ ਜੀ ਨੇ ਸਾਨੂੰ ਦੱਸੀਆਂ। ਸੇਵਾ ਤਪੱਸਿਆ ਦੀ ਥਾਂ, ਸਿਮਰਨ ਪ੍ਰਾਣਾਯਾਮ ਦੀ ਥਾਂ। ਸੋ ਇਹਨਾਂ ਦੁਆਰਾ ਹੀ ਜੀਵ ਦੀ ਕਲਿਆਣ ਹੈ। ਹੁਣ ਇਹ ਪ੍ਰਸੰਗ ਇੱਥੇ ਛੱਡਦੇ ਹਾਂ, ਕੱਲ੍ਹ ਇੱਥੋਂ ਫਿਰ ਸ਼ੁਰੂ ਕੀਤਾ ਜਾਏਗਾ।